ਸੋ ਅੱਜ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਿਖਾਊਂਗਾ ਕਿ ਮੈਚਿੰਗ ਹੈਡਿੰਗਸ ਵਾਲੇ ਜਿਹੜੇ ਕੁਐਸਚਨਸ ਹੁੰਦੇ ਆ ਰੀਡਿੰਗ ਦੇ ਵਿੱਚ ਬਹੁਤ ਸਾਰੇ ਸਟੂਡੈਂਟਸ ਇਦਾਂ ਦੇ ਜਿਨ੍ਹਾਂ ਨੂੰ ਇਸ ਕੁਐਸਚਨ ਟਾਈਪ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੁੰਦੀ ਹੈ। ਇਵਨ ਅਕਸਰ ਮੈਂ ਦੇਖਿਆ ਕਿ ਸਟੂਡੈਂਟਸ ਜਿਵੇਂ ਉਹ ਦੇਖਦੇ ਆ ਕਿ ਮੈਚਿੰਗ ਹੈਡਿੰਗਸ ਵਾਲੇ ਕੁਐਸਚਨ ਜਿਵੇਂ ਉਹ ਆਪਣੇ ਰੀਡਿੰਗ ਟੈਸਟ ਦੇ ਵਿੱਚ ਦੇਖਦੇ ਆ ਤਾਂ ਪੈਨਿਕ ਕਰਨਾ ਸ਼ੁਰੂ ਕਰ ਦਿੰਦੇ ਆ, ਘਬਰਾਉਣਾ ਸ਼ੁਰੂ ਕਰ ਦਿੰਦੇ ਆ। ਬਟ ਘਬਰਾਉਣ ਦੀ ਲੋੜ ਨਹੀਂ। ਅੱਜ ਇਸ ਵੀਡੀਓ ਦੇ ਵਿੱਚ ਮੈਂ ਇਸ ਤਰੀਕੇ ਦੀ ਬਹੁਤ ਹੀ ਆਸਾਨ, ਇਸ ਤਰੀਕੇ ਦੀ ਸਿੰਪਲ ਟੈਕਨੀਕ ਮੈਂ ਸ਼ੇਅਰ ਕਰੂੰਗਾ ਜਿਹਦੇ ਨਾਲ ਤੁਹਾਡਾ ਅੱਜ ਤੋਂ ਬਾਅਦ ਤੁਹਾਡੇ ਮੈਚਿੰਗ ਹੈਡਿੰਗਸ ਦੇ ਕੁਐਸਚਨ ਤੁਹਾਡੇ ਗਲਤ ਨਹੀਂ ਹੋਣਗੇ। ਇਹ ਮੈਂ ਗਾਰੰਟੀ ਨਾਲ ਕਹਿ ਰਿਹਾ। ਵੀਡੀਓ ਲਾਸਟ ਤੱਕ ਜ਼ਰੂਰ ਦੇਖਣਾ ਕਿਉਂਕਿ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕਰਕੇ ਵੀ ਦਿਖਾਊਂਗਾ ਕੁਐਸਚਨਸ ਵੀ ਕਿਸ ਤਰੀਕੇ ਨਾਲ ਤੁਸੀਂ ਮੈਚਿੰਗ ਹੈਡਿੰਗ ਜੋ ਮੇਰੀ ਸਟ੍ਰੈਟਜੀ ਹੈ, ਸਿੰਪਲ ਟੈਕਨੀਕ ਹੈ, ਜੋ ਤੁਸੀਂ ਉਹਨੂੰ ਯੂਜ਼ ਕਰੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੀ ਇੰਪਰੂਵਮੈਂਟ ਜ਼ਰੂਰ ਹੋਏਗੀ। ਔਰ ਜਿਵੇਂ ਤੁਸੀਂ ਉਹ ਇੰਪਲੀਮੈਂਟ ਕਰਨ ਤੋਂ ਬਾਅਦ ਵਾਪਸ ਆ ਕੇ ਇਸ ਵੀਡੀਓ ਦੇ ਉੱਪਰ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਸੋ ਦੈਟ ਆਈ ਵਿਲ ਡੈਫੀਨਿਟਲੀ ਮੇਕ ਮੋਰ ਵੀਡੀਓਜ਼ ਫॉर ਆਈਐਲਟਸ ਰੀਡਿੰਗ। ਸੋ ਚਲੋ ਸ਼ੁਰੂ ਕਰੋ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਤੁਸੀਂ ਰੀਡਿੰਗ ਮੈਚਿੰਗ ਹੈਡਿੰਗਸ ਕਰਨੀ ਹੈ ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਸੀਂ ਇੰਸਟਰਕਸ਼ਨ ਨੂੰ ਬਹੁਤ ਧਿਆਨ ਨਾਲ ਤੁਸੀਂ ਰੀਡ ਕਰੋ। ਜਿਵੇਂ ਤੁਸੀਂ ਦੇਖ ਸਕਦੇ ਹੋ ਰੀਡਿੰਗ ਪੈਸੇਜ 3rd ਹੈਜ਼ 6 ਪੈਰਾਗ੍ਰਾਫਸ A to F, ਠੀਕ ਹੈ। ਔਰ ਹੁਣ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਚੂਜ਼ ਦ ਕਰੈਕਟ ਹੈਡਿੰਗ ਫॉर ਪੈਰਾਗ੍ਰਾਫਸ A to F ਫਰਮ ਦ ਲਿਸਟ ਆਫ ਹੈਡਿੰਗਸ ਬਿਲੋ। ਉਸ ਤੋਂ ਬਾਅਦ ਹੈ ਕਿ ਇਹਨਾਂ ਨੇ ਕਿਹਾ ਕਿ ਰਾਈਟ ਦ ਕਰੈਕਟ ਨੰਬਰ ਫਰਮ 1 to 7 ਇਨ ਬਾਕਸਿਸ 27 to 32 ਔਨ ਯੋਰ ਆਨਸਰ ਸ਼ੀਟ, ਠੀਕ ਹੈ ਜੀ। ਸੋ ਇਹ ਆਪਣੀ ਲਿਸਟ ਆਫ ਹੈਡਿੰਗ ਹੈ ਜੋ ਮੈਂ ਤੁਹਾਨੂੰ ਕਿਹਾ ਕਿ ਇਹਨੂੰ ਪਹਿਲਾਂ ਨਹੀਂ ਦੇਖਣਾ, ਇਹਨੂੰ ਬਾਅਦ ਦੇ ਵਿੱਚ ਦੇਖਾਂਗੇ। ਸੋ ਜੋ ਟੈਕਨੀਕ ਤੁਸੀਂ ਫੋਲੋ ਕਰਨੀ ਤੁਸੀਂ ਇੱਥੇ। ਸੋ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਟਾਈਟਲ ਰੀਡ ਕਰਨਾ ਚਾਹੋ ਤੁਸੀਂ ਰੀਡ ਕਰ ਸਕਦੇ ਹੋ, ਲੇਕਿਨ ਮੈਂ ਚਾਹੂੰਗਾ ਕਿ ਡਾਇਰੈਕਟਲੀ, ਕਿਉਂਕਿ ਟਾਈਮ ਆਪਾਂ ਵੇਸਟ ਨਹੀਂ ਕਰਨਾ, ਡਾਇਰੈਕਟਲੀ ਤੁਸੀਂ ਪਹਿਲੀ ਜਾਂ ਫਿਰ ਦੂਸਰੀ ਲਾਈਨ ਨੂੰ ਤੁਸੀਂ ਰੀਡ ਕਰੋ ਔਰ ਜਾਂ ਫਿਰ ਇਹਦੀ ਲਾਸਟ ਵਾਲੀ ਲਾਈਨ ਨੂੰ ਰੀਡ ਕਰਕੇ ਆਪਾਂ ਦਾ ਜਨਰਲ ਮੀਨਿੰਗ ਜਿਹਨੂੰ ਆਪਾਂ ਕਹਿ ਸਕਦੇ ਜਿਸਟ ਵੀ ਓਵਰਆਲ ਕਿਸ ਚੀਜ਼ ਬਾਰੇ ਇਹ ਗੱਲ ਕੀਤੀ ਗਈ, ਇਹਦਾ ਮੇਨ ਆਈਡੀਆ ਦੇਖਣਾ। ਜਿਵੇਂ ਕਿ BP1 ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਮੇਨ ਆਈਡੀਆ ਹੁੰਦਾ ਹੈ। ਸੋ ਇਹਦੇ ਵਿੱਚ ਆਪਾਂ ਦੇਖਣਾ ਕਿ ਮੇਨ ਆਈਡੀਆ ਕੀ ਹੈ। ਹੁਣ ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ ਰੀਡ ਕਰਦੇ ਨੂੰ ਆਪਾਂ ਔਰ ਆਪਾਂ ਆਪਣੀ ਖੁਦ ਦੀ ਆਪਾਂ ਇੱਥੇ ਹੈਡਿੰਗ ਆਪਾਂ ਲਿਖਾਂਗੇ, ਬਣਾਵਾਂਗੇ, ਉਸ ਤੋਂ ਬਾਅਦ ਜਾ ਕੇ ਆਪਾਂ ਚੈੱਕ ਕਰਾਂਗੇ ਹੈਡਿੰਗ ਦੇ ਵਿੱਚ, ਠੀਕ ਹੈ। ਹੁਣ ਇੱਥੇ ਕਹਿ ਰਿਹਾ ਕਿ ਆਫ ਆਲ ਮੈਨਕਾਈਂਡਸ ਮੈਨੀਫੋਲਡ ਕ੍ਰੀਏਸ਼ਨਸ ਲੈਂਗੁਏਜ ਮਸਟ ਟੇਕ ਪ੍ਰਾਈਡ ਆਫ ਪਲੇਸ, ਠੀਕ ਹੈ। ਹੁਣ ਇਹਦੇ ਵਿੱਚ ਕੀਵਰਡ ਆ ਗਿਆ ਜਿਵੇਂ ਲੈਂਗੁਏਜ ਆ ਗਿਆ। ਅਦਰ ਇਨਵੈਂਸ਼ਨਸ ਆਫ ਵੀਲ ਐਗਰੀਕਲਚਰ ਸਲਾਈਸਡ ਬ੍ਰੈਡ may have transformed our material existence but the advent of language is what made us human। मतलब language ਦੀ ਗੱਲ ਹੋ ਰਹੀ ਹੈ ਕਿ language ਦੀ compared to language all other inventions, मतलब ਬਾਕੀ ਵੀ ਇਨਵੈਂਸ਼ਨਸ ਹੋਰ ਬਹੁਤ ਸਾਰੀਆਂ ਹੋਈਆਂ। ਵਿਦਾਊਟ ਲੈਂਗੁਏਜ ਵੀ ਕੁਡ ਨੈਵਰ ਹੈਵ ਐਮਬਾਰਕਡ। ਹੁਣ ਇਹਦਾ ਮਤਲਬ ਇਹ ਹੈ ਕਿ ਬਿਨਾਂ ਲੈਂਗੁਏਜ ਤੋਂ ਅਗਰ ਲੈਂਗੁਏਜ ਨਾ ਹੁੰਦੀ ਤਾਂ ਆਪਾਂ ਇਹ ਕੁਝ ਨਾ ਕਰ ਸਕਦੇ। ਇਹਦਾ ਮਤਲਬ ਇੱਥੇ ਇੰਪੋਰਟੈਂਸ ਦੀ ਗੱਲ ਹੋ ਰਹੀ ਹੈ। ਤਾਂ ਇੱਥੇ ਤੁਸੀਂ ਲਿਖ ਸਕਦੇ ਹੋ, ਇੱਥੇ ਮੈਂ ਲਿਖ ਸਕਦਾ ਕਿ ਇੰਪੋਰਟੈਂਸ ਆਫ ਲੈਂਗੁਏਜ, ਕਿ ਲੈਂਗੁਏਜ ਦੀ ਇੰਪੋਰਟੈਂਸ ਕੀ ਹੈ, ਠੀਕ ਹੈ। ਸੋ ਇਹ ਮੇਰੇ A ਦੀ ਮੇਰੀ ਹੈਡਿੰਗ ਹੋਗੀ ਜੋ ਮੈਂ ਖੁਦ ਲਿਖੀ ਆਪਣੇ ਆਪ। ਹਾਲੇ ਤੱਕ ਮੈਂ ਲਿਸਟ ਆਫ ਹੈਡਿੰਗਸ ਜੋ ਦਿੱਤੇ ਹੋਏ ਉੱਪਰ ਆਪਸ਼ਨਸ ਉਹ ਹਾਲੇ ਮੈਂ ਰੀਡ ਨਹੀਂ ਕੀਤੇ, ਨਾ ਹੀ ਤੁਸੀਂ ਉਹ ਕਰਨੇ ਆ। ਦੂਸਰਾ ਆ ਗਿਆ ਬਟ ਲੈਂਗੁਏਜ ਇਜ਼ ਫॉर ਮੋਸਟ ਨਾਟ ਜਸਟ ਬਿਕॉज ਇਟ ਕੇਮ ਫਸਟ in its own right it is a tool of extraordinary sophistication yet based on an idea of ingenious simplicity। ਸੋ ਇਹਦੇ ਵਿੱਚ ਇੱਥੇ ਉਸ ਤੋਂ ਬਾਅਦ ਤੁਸੀਂ ਲਾਸਟ ਵੀ ਰੀਡ ਕਰ ਸਕਦੇ ਹੋ ਲੈਂਗੁਏਜ ਇਜ਼ ਅ ਮੈਨਕਾਈਂਡਸ ਗ੍ਰੇਟ ਇਨਵੈਂਸ਼ਨ, ਵੀ ਇਹ ਬਹੁਤ ਵਧੀਆ ਇਨਵੈਂਸ਼ਨ ਹੈ। ਐਕਸੈਪਟ ਆਫ ਕੋਰਸ, ਐਕਸੈਪਟ ਦਾ ਮਤਲਬ ਆ ਗਿਆ ਬਜਾਏ, ਇਹਦਾ ਮਤਲਬ ਹੁਣ ਆ ਗਿਆ ਹੁਣ ਕੋਈ ਆਪੋਜ਼ਿਟ ਗੱਲ ਕਰੂਗਾ that it was never invented this apparent ਪੈਰਾਡਾਕਸ ਹੋ ਗਿਆ ਕਿ ਮਤਲਬ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਆਪੋਜ਼ਿਟ ਅਗਰ ਕੋਈ ਚੀਜ਼ ਜੋ ਕੰਟਰਾਡਿਕਟਰੀ ਹੁੰਦੀ ਹੈ ਸੋ ਪੈਰਾਡਾਕਸ ਦਾ ਮਤਲਬ ਹੋਗਾ ਕੰਟਰਾਡਿਕਟਰੀ, ਠੀਕ ਹੈ। ਇਜ਼ ਐਟ ਦ ਕੋਰ ਆਫ ਆਵਰ ਫੈਸੀਨੇਸ਼ਨ ਵਿਦ ਲੈਂਗੁਏਜ ਸੋ ਐਂਡ ਇਟ ਹੋਲਡਸ ਮੈਨੀ ਆਫ ਇਟਸ ਸੀਕ੍ਰੇਟਸ। ਇਹਦਾ ਮਤਲਬ ਇਹ ਹੈ ਕਿ ਇੱਥੇ ਹੁਣੇ ਕੋਈ ਨਾ ਕੋਈ ਇਹਦੇ ਇਸ਼ੂ ਦੀ ਕੋਈ ਪ੍ਰੋਬਲਮ ਦੀ ਗੱਲ ਕਰ ਰਿਹਾ ਵੀ ਲੈਂਗੁਏਜ ਇਨਵੈਂਸ਼ਨ ਤਾਂ ਬਹੁਤ ਵਧੀਆ ਹੈ ਲੇਕਿਨ ਇਹਦੇ ਵਿੱਚ ਪ੍ਰੋਬਲਮ ਵੀ ਹੈ। ਕੋਈ ਇੱਥੇ ਪ੍ਰੋਬਲਮ ਦੀ ਗੱਲ ਕਰੂਗਾ, ਇਸ਼ੂ ਹੋ ਸਕਦਾ ਹੈ, ਜਾਂ ਇੱਥੇ ਕੋਈ ਕਮੀ ਦੀ ਗੱਲ ਕਰੂਗਾ। ਸੋ ਇੱਥੇ ਆਪਾਂ ਲਿਖ ਸਕਦੇ ਹਾਂ ਪ੍ਰੋਬਲਮ ਲਿਖ ਲਓ, ਇਸ਼ੂ ਲਿਖ ਲਓ, ਜਾਂ ਫਿਰ ਲਿਖ ਸਕਦੇ ਹੋ ਤੁਸੀਂ ਇੱਥੇ ਲੈਕ ਆਫ ਸਮਥਿੰਗ, ਵੀ ਕੋਈ ਕਿਸੇ ਚੀਜ਼ ਦੀ ਕਮੀ ਹੋ ਸਕਦੀ ਹੈ। ਸੋ ਜੋ ਇਹਦੇ ਨਾਲ ਆਪਣੀ ਹੈਡਿੰਗ ਦੇ ਨਾਲ ਮੈਚ ਕਰਦਾ ਹੋਊਗਾ ਉਹੀ ਇਹਦਾ B ਦਾ ਹੋਊਗਾ। C ਦੇਖਦੇ ਹਾਂ ਜੀ। C ਦੇ ਵਿੱਚ ਤੁਸੀਂ ਦੇਖ ਸਕਦੇ ਹੋ ਲੈਂਗੁਏਜ ਆਫਨ ਸੀਮਸ so skillfully drafted that one can hardly imagine it as anything other, ਵੀ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਹੋ ਹੀ ਨਹੀਂ ਸਕਦੀ ਸੀ। how else could this instrument ਮਤਲਬ ਲੈਂਗੁਏਜ ਨੂੰ ਕਿਹਾ ਗਿਆ make so much out of barely 3 dozen messy morsels of sound। ਹੁਣ ਇੱਥੇ ਸਾਊਂਡ ਦੀ ਗੱਲ ਹੋ ਰਹੀ ਹੈ, ਠੀਕ ਹੈ। ਸੋ ਸਾਊਂਡ, ਉਸ ਤੋਂ ਬਾਅਦ these configurations of mouth, ਜਿਵੇਂ ਇੱਥੇ ਦਿੱਤਾ ਵੀ ਹੈ ਵੀ ਇਹ ਸਾਊਂਡਸ ਦਿੱਤੇ ਹੋਏ ਆ। ਸੋ that means ਹੁਣ ਇੱਥੇ ਮਾਊਥ ਤੇ ਸਾਊਂਡ ਦੀ ਗੱਲ ਹੋ ਰਹੀ ਹੈ, ਠੀਕ ਹੈ। ਇੱਥੇ ਉਹਨੂੰ ਕਹਿ ਰਿਹਾ ਕਿ ਜਿਵੇਂ there is nothing that these, ਲਾਸਟ ਲਾਈਨ ਆਪਾਂ ਰੀਡ ਕਰ ਲੈਣੇ, meaningless streams of air cannot do from sighing ਇਹਨੂੰ ਕਹਿੰਦੇ ਜਿਵੇਂ ਆਪਾਂ ਇਸ ਤਰੀਕੇ ਨਾਲ ਕਰਦੇ ਹਾਂ, ਠੀਕ ਹੈ। ਬੋਰਡਮ ਆਫ ਐਗਜ਼ਿਸਟੈਂਸ ਟੂ ਅਨਰੇਵਲਿੰਗ, ਮਤਲਬ ਇੱਥੇ ਮਾਊਥ ਤੇ ਸਾਊਂਡ ਦੀ ਗੱਲ ਹੋ ਰਹੀ ਹੈ। ਸੋ ਇੱਥੇ ਆਪਾਂ ਮਾਊਥ ਤੇ ਸਾਊਂਡ ਆਪਾਂ ਤੇ ਲਿਖ ਲੈਂਦੇ ਹੈਡਿੰਗ। ਹੁਣ ਅਗਰ ਮੈਂ ਤੁਹਾਨੂੰ ਇਹਦੇ ਅਗਰ ਆਪਾਂ ਆਨਸਰ ਚੈੱਕ ਕਰੀਏ ਤਾਂ ਹੁਣ ਆਪਾਂ ਇਹਦਾ ਅਗਰ ਆਪਾਂ ਦੇਖੀਏ ਤਾਂ ਹੁਣ ਆਪਾਂ ਦੇਖਦੇ ਹਾਂ ਲਿਸਟ ਆਫ ਹੈਡਿੰਗ। ਤਾਂ ਲਿਸਟ ਆਫ ਹੈਡਿੰਗ ਦੇ ਵਿੱਚ ਅਗਰ ਆਪਾਂ ਦੇਖੀਏ ਵੀ ਇੰਪੋਰਟੈਂਸ ਕਿਸ ਦੀ ਗੱਲ ਕੀਤੀ ਗਈ ਹੈ, ਦੇਖੋ ਇੱਥੇ ਕੀਤਾ ਗਿਆ ਵਾਈ ਲੈਂਗੁਏਜ ਇਜ਼ ਦਾ ਮੋਸਟ ਇੰਪੋਰਟੈਂਟ ਇਨਵੈਂਸ਼ਨ ਆਫ ਆਲ। ਤਾਂ ਦੈਟ ਮੀਨਸ A ਦਾ ਹੋਏਗਾ 6th। ਉਸ ਤੋਂ ਬਾਅਦ ਕਿੱਥੇ ਗੱਲ ਕੀਤੀ ਗਈ ਹੈ ਵੀ ਕੁਝ ਪ੍ਰੋਬਲਮ ਦੀ ਗੱਲ ਹੋਵੇ ਲੈਂਗੁਏਜ ਦੇ ਵਿੱਚ, ਅਪੈਰੈਂਟਲੀ ਇਨਕੰਪੈਟੀਬਲ, ਦੇਖੋ ਇੱਥੇ ਗੱਲ ਕੀਤੀ ਗਈ ਅਪੈਰੈਂਟ ਉੱਥੇ ਵਰਡ ਵੀ ਸੀਗਾ, ਅਪੈਰੈਂਟਲੀ ਇਨਕੰਪੈਟੀਬਲ ਕੈਰੈਕਟਰਿਸਟਿਕਸ ਆਫ ਲੈਂਗੁਏਜ, ਵੀ ਇਹਦੇ ਵਿੱਚ ਕੁਝ ਇਦਾਂ ਦੀ ਕੈਰੈਕਟਰਿਸਟਿਕਸ ਹੈਗੇ, ਕੁਝ ਟੂਲਸ ਹੈਗੇ ਜੋ ਕਿ ਇਨਕੰਪੈਟੀਬਲ ਨੇ, ਜਿਨ੍ਹਾਂ ਨੂੰ ਲੈ ਕੇ ਸ਼ੋਰ ਨਹੀਂ ਹੈਗੇ, ਠੀਕ ਹੈ। ਸੋ ਇਹ ਹੋ ਗਿਆ ਜੀ ਆਪਣੇ B ਦਾ।
ਉਸ ਤੋਂ ਬਾਅਦ ਹੋ ਗਿਆ ਸੀ ਦਾ। ਸੀ ਦੇ ਵਿੱਚ ਆ ਦੇਖੋ ਸਾਊਂਡ ਦੀ ਗੱਲ ਕੀਤੀ ਗਈ ਹੈ, ਦ ਵੇ ਇਨ ਵਿਚ ਅ ਫਿਊ ਸਾਊਂਡਸ ਆਰ ਆਰਗੇਨਾਈਜ਼ਡ ਟੂ ਕਨਵੇ ਅ ਹਿਊਜ ਰੇਂਜ ਆਫ ਮੀਨਿੰਗ। ਸੋ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਮੈਚਿੰਗ ਹੈਡਿੰਗ ਨੂੰ ਸੋਲਵ ਕਰ ਸਕਦੇ ਹੋ। ਮੈਂ 100% ਸ਼ੋਰ ਹਾਂ ਜੋ ਤੁਸੀਂ ਇਹਨੂੰ ਇੰਪਲੀਮੈਂਟ ਕਰਕੇ ਦੇਖੋਗੇ, ਪਹਿਲਾਂ ਲਿਸਟ ਆਫ ਹੈਡਿੰਗ ਨੂੰ ਤੁਸੀਂ ਨਹੀਂ ਦੇਖਣਾ, ਪਹਿਲਾਂ ਡਾਇਰੈਕਟ ਤੁਸੀਂ ਪੈਰਾਗ੍ਰਾਫ ਦੀ ਤਰਫ ਜਾਓ, ਪਹਿਲੀ ਜਾਂ ਦੂਸਰੀ ਲਾਈਨ ਨੂੰ ਰੀਡ ਕਰੋ, ਤੀਸਰੀ ਵੀ ਤੁਸੀਂ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ। ਬਹੁਤ ਸਾਰੇ ਟੀਚਰਸ ਇਹ ਕਹਿੰਦੇ ਆ ਕਿ ਪਹਿਲੀ ਦੂਸਰੀ ਰੀਡ ਕਰੋ ਜਾਂ ਫਿਰ ਲਾਸਟ ਰੀਡ ਕਰੋ, ਨਹੀਂ, ਅਗਰ ਤੁਹਾਨੂੰ ਜਦ ਤੱਕ ਸਮਝ ਨਹੀਂ ਆ ਰਿਹਾ ਤੁਸੀਂ ਜਨਰਲ ਮੀਨਿੰਗ, ਓਵਰਆਲ ਮੀਨਿੰਗ ਤੁਸੀਂ ਅੰਡਰਸਟੈਂਡ ਕਰਨਾ। ਜਦੋਂ ਤੱਕ ਤੁਹਾਨੂੰ ਸਮਝ ਨਹੀਂ ਆ ਰਿਹਾ ਉਦੋਂ ਤੱਕ ਤੁਸੀਂ ਰੀਡ ਕਰੋ, ਅੰਡਰਸਟੈਂਡ ਕਰੋ। ਜਦੋਂ ਤੁਹਾਨੂੰ ਲੱਗਦਾ ਵੀ ਤੁਹਾਡੀ ਹੈਡਿੰਗ ਤੁਹਾਨੂੰ ਮਿਲ ਚੁੱਕੀ ਹੈ, ਇੱਕ ਵਰਡ ਹੋ ਸਕਦਾ, ਦੋ ਹੋ ਸਕਦਾ, ਤਿੰਨ ਹੋ ਸਕਦੇ ਆ, 1 2 3 ਵਰਡ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਜਦੋਂ ਤੁਹਾਨੂੰ ਲੱਗਿਆ ਵੀ ਤੁਸੀਂ ਆਪਣੀ ਹੈਡਿੰਗ ਕ੍ਰੀਏਟ ਕਰ ਲਈ, ਓਵਰਆਲ ਤੁਹਾਨੂੰ ਪਤਾ ਲੱਗ ਗਿਆ, ਜਦੋਂ ਮੈਚ ਕਰੋਗੇ ਮੈਂ 100% ਸ਼ੋਰ ਹਾਂ ਕਿ ਤੁਹਾਡਾ ਆਨਸਰ ਬਿਲਕੁਲ ਸਹੀ ਹੋਊਗਾ। ਔਰ ਪਲੀਜ਼ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਇਹ ਰੀਡਿੰਗ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ, ਤਾਂ ਕਿ ਮੈਂ ਹੋਰ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਲਈ ਬਣਾ ਸਕਾਂ, YouTube ਦੇ ਉੱਪਰ ਅਪਲੋਡ ਕਰ ਸਕਾਂ। ਐਂਡ I really want to help you guys improve your reading score, and at the end of the video I would definitely ask you leave comment in the comment section below, and I will see you next video.